ਵਿਆਹ ਤੋਂ ਪਹਿਲਾਂ ਤੇ ਪਾਪਾ ਕੀ ਪਰੀ ਬਣ ਕੇ ਬੇਟੀ ਰਹਿੰਦੀ ਹੈ ਤੇ ਪਾਪਾ ਨੂੰ ਲੱਗਦਾ ਹੈ ਕਿ ਮੈਂ ਜਿੰਨੀਆਂ ਖੁਸ਼ੀਆਂ ਨੇ ਆਪਣੀ ਧੀ ਦੀ ਝੋਲੀ ਉਹਦੇ ਨਾਲ ਭਰ ਦਿਆਂ, ਬੈਸਟ ਆਫ ਐਜੂਕੇਸ਼ਨ ਦਿਆਂ। ਇਹੀ ਮਾਈਂਡਸੈਟ ਅਗਰ ਸਹੁਰਿਆਂ ਦਾ ਵੀ ਹੋਏ, ਥੋੜ੍ਹਾ ਜਿਹਾ ਅਗਰ ਉਹ ਵੀ ਬਦਲਣ ਦੀ ਕੋਸ਼ਿਸ਼ ਕਰਨ ਕਿ ਇੱਕ ਪਾਪਾ ਕੀ ਪਰੀ ਤੇ ਠੀਕ ਹੈ, ਪਰ ਹੁਣ ਇੱਕ ਇਸ ਘਰ ਦੀ ਇਹ ਰਾਣੀ ਹੈ, ਇਹ ਬਣਾ ਕੇ ਉਹਦੀ ਜ਼ਰੂਰਤਾਂ ਦੇ ਹਿਸਾਬ ਨਾਲ, ਉਹਦੇ ਸਕਿੱਲ ਦੇ ਹਿਸਾਬ ਨਾਲ, ਉਹਦੀ ਕੈਪੇਬਿਲਿਟੀਜ਼ ਦੇ ਹਿਸਾਬ ਨਾਲ ਉਹਨੂੰ ਇਜਾਜ਼ਤ ਦਿੱਤੀ ਜਾਵੇ ਕਿ ਕੋਈ ਉਹ ਜੌਬ ਕਰੇ। ਤੇ ਮੈਨੂੰ ਲੱਗਦਾ ਸਰ ਇਹ ਖੁਸ਼ੀਆਂ, ਇਸ ਪਰਿਵਾਰ ਵਿੱਚ ਵੀ ਖੁਸ਼ੀ ਹੈ ਤੇ ਦੇਸ਼ ਵਿੱਚ ਵੀ ਖੁਸ਼ੀਆਂ ਭਰ ਜਾਣਗੀਆਂ। The best thermometer to the progress of a nation is how the nation deals with its women। ਇਹਦਾ ਮਤਲਬ ਹੈ ਕਿ ਕੋਈ ਵੀ ਦੇਸ਼ ਤਰੱਕੀ ਤਾਂ ਹੀ ਕਰ ਸਕਦਾ ਹੈ, ਉਹ ਤਰੱਕੀ ਕਿਹਦੇ ਉੱਪਰ ਡਿਪੈਂਡ ਕਰਦੀ ਹੈ ਕਿ ਉਹ ਆਪਣੀ ਵਿਮਨ ਨੂੰ, ਆਪਣੀ ਔਰਤਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਟ੍ਰੀਟਮੈਂਟ ਕਰਦਾ ਹੈ। ਹਰ ਉੱਚੇ ਅਹੁਦੇ ਤੇ ਵਿਮਨ ਹੈ ਨੇ, ਨੇਮ ਹੈ, ਫੇਮ ਹੈ, ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਨੇ। ਇਹਨੂੰ ਅਸੀਂ ਵਿਮਨ ਇੰਪਾਵਰਮੈਂਟ ਕਹਿੰਦੇ ਹਾਂ। ਪਰ ਅਗਰ ਅਸੀਂ ਰਿਐਲਿਟੀ ਨੂੰ ਦੇਖੀਏ ਤੇ ਹਜੇ ਵੀ ਕਈ ਇੱਦਾਂ ਦੀਆਂ ਔਰਤਾਂ ਨੇ, ਮੈਨੂੰ ਲੱਗਦਾ ਕਿ ਜ਼ਿਆਦਾਤਰ ਇਸ ਤਰ੍ਹਾਂ ਦੀ ਔਰਤਾਂ ਨੇ ਜਿਨ੍ਹਾਂ ਨੂੰ ਇੱਦਾਂ ਦੀ ਓਪਰਚੁਨਿਟੀਜ਼ ਨਹੀਂ ਮਿਲੀਆਂ। ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਔਰਤਾਂ ਬਹੁਤ ਤਰੱਕੀ ਕਰ ਰਹੀਆਂ ਨੇ, ਪਰ ਅਜੇ ਮੈਨੂੰ ਲੱਗਦਾ ਹੈ ਸਾਰੀਆਂ ਔਰਤਾਂ ਅਗਰ ਤਰੱਕੀ ਕਰ ਜਾਣ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣ ਜਾਣ, ਤੇ ਮੈਨੂੰ ਲੱਗਦਾ ਹੈ ਕਿ ਦੇਸ਼ ਕਿੱਥੇ ਪਹੁੰਚ ਜਾਏਗਾ। ਸਰ ਇਹਨਾਂ ਸੁਸਾਇਟੀ ਨੇ ਮੇਲਸ ਨੂੰ ਤੇ ਫੀਮੇਲਸ ਨੂੰ ਕੁਝ ਰੋਲਸ, ਜੈਂਡਰ ਰੋਲਸ ਜਿਹਨੂੰ ਕਿਹਾ ਜਾਂਦਾ ਹੈ, ਉਹ ਨਿਰਧਾਰਿਤ ਕੀਤੇ ਹੋਏ ਨੇ ਉਹਨਾਂ ਦੇ ਵਾਸਤੇ। ਜਿੱਦਾਂ ਫੋਰ ਐਗਜ਼ਾਮਪਲ ਜਿਹੜੇ ਮੈਨ ਨੇ ਉਹਨਾਂ ਨੂੰ ਕੰਮ ਦਿੱਤਾ ਗਿਆ ਕਿ ਤੁਸੀਂ ਕਮਾਣਾ ਹੈ। ਉਹਦੇ ਨਾਲ ਕੀ ਹੋਇਆ, ਉਹ ਡੋਮੈਸਟਿਕ ਜਿਹੜੀ ਘਰੇਲੂ ਰਿਸਪੌਂਸਿਬਿਲਿਟੀਜ਼ ਤੋਂ ਉਹ ਪਿੱਛੇ ਹੋ ਗਏ। ਪਰ ਅੱਜ ਦੇ ਦੌਰ ਤੇ ਇੱਕ ਲੇਡੀ ਜਿਹੜੀ ਹੈ ਉਹ ਕਮਾ ਵੀ ਰਹੀ ਹੈ ਤੇ ਉਹਨੂੰ ਕਿੰਨੇ ਸਾਰੇ ਕੰਮ ਕਰਨੇ ਪੈਂਦੇ ਨੇ, ਭਾਵੇਂ ਉਹ ਬੱਚਿਆਂ ਨੂੰ ਦੇਖਣਾ, ਘਰ ਦਾ ਸਾਰਾ ਕੰਮ ਕਰਨਾ, ਬਾਹਰ ਜਾ ਕੇ ਨੌਕਰੀ ਵੀ ਕਰਨੀ, ਘਰ ਕੋਈ ਬਜ਼ੁਰਗ ਹੈ, ਕੋਈ ਬਿਮਾਰ ਹੈ, ਬੱਚਾ ਬਿਮਾਰ ਹੈ, ਉਹਨੂੰ ਛੁੱਟੀ ਲੈ ਕੇ ਉਹਦੇ ਵੱਲ ਵੀ ਧਿਆਨ ਦੇਣਾ ਪੈਂਦਾ ਹੈ। ਦੇਖੋ ਜੀ, ਇਹ ਤੇ ਹਸਬੈਂਡ ਜਾਂ ਵਾਈਫ, ਇਹ ਇੱਕ ਗੱਡੀ ਦੇ ਦੋ ਪਹੀਏ ਨੇ, ਇੱਕ ਪਹੀਏ ਨੂੰ ਹਟਾ ਦਈਏ ਤੇ ਗੱਡੀ ਚੱਲਣੀ ਔਖੀ ਹੋ ਜਾਣੀ ਹੈ। ਹਸਬੈਂਡ ਨੂੰ ਵੀ ਰਿਅਲਾਈਜ਼ ਕਰਨਾ ਚਾਹੀਦਾ ਕਿ ਮੇਰੀ ਵਾਈਫ ਹੈ ਔਰ ਮੇਰੇ ਬਰਾਬਰ ਦੀ ਪਾਰਟਨਰ ਹੈ। ਇਹੀ ਗੱਲ ਰਿਅਲਾਈਜ਼ ਕਰਨੀ ਚਾਹੀਦੀ ਇੱਕ ਲੇਡੀ ਨੂੰ। ਕੁੜੀਆਂ ਨੂੰ ਇਹ ਸਮਝਣਾ ਚਾਹੀਦਾ ਕਿ ਓਪਰਚੁਨਿਟੀਜ਼ ਆਪ ਚੱਲ ਕੇ ਉਹਨਾਂ ਦੀ ਝੋਲੀਆਂ 'ਚ ਨਹੀਂ ਆਉਣਗੀਆਂ, ਬਜਾਏ ਉਹਦੇ ਉਹਨਾਂ ਨੂੰ ਰਸਤੇ ਲੱਭਣੇ ਪੈਣੇ ਨੇ ਨਵੀਆਂ ਓਪਰਚੁਨਿਟੀਜ਼ ਕ੍ਰੀਏਟ ਕਰਨ ਵਾਸਤੇ। ਔਰ ਇਸ ਗੱਲ ਦਾ ਜ਼ਰੂਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜਿਸ ਤਰ੍ਹਾਂ ਕਹਿੰਦੇ ਆ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਡਿਊਟੀਜ਼, ਰਿਸਪੌਂਸਿਬਿਲਿਟੀਜ਼, ਇਹ ਜ਼ਰੂਰ ਰਹੇ ਤੇ ਆਪਣੇ ਆਪ ਨੂੰ ਪਹਿਚਾਣਨ, ਸੈਲਫ ਵਰਥ ਨੂੰ ਕੰਪਰੋਮਾਈਜ਼ ਨਾ ਕਰਨ। ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ ਦੋਸਤੋ, ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਵੂਮੈਨਸ ਡੇ ਦੀਆਂ ਬਹੁਤ ਮੁਬਾਰਕਾਂ। ਅਗਰ ਗੱਲ ਕਰੀਏ ਕੁਝ ਸਾਲ ਪਹਿਲੇ ਦੀਆਂ, ਤੇ ਬਹੁਤ ਘੱਟ ਨਜ਼ਰ ਆਉਂਦਾ ਸੀਗਾ ਕਿ ਉੱਚ ਅਹੁਦੇ ਤੇ ਮਹਿਲਾਵਾਂ ਨਜ਼ਰ ਆਉਣ, ਲੇਕਿਨ ਅੱਜ ਸਮਾਂ ਬਦਲਿਆ, ਲੋਕਾਂ ਦੀ ਸੋਚ ਬਦਲੀ, ਉਸ ਦੇ ਨਾਲ ਅੱਜ ਮਹਿਲਾਵਾਂ ਹਰ ਖੇਤਰ ਦੇ ਵਿੱਚ ਉੱਚ ਅਹੁਦੇ ਤੇ ਨਜ਼ਰ ਆਉਂਦੀਆਂ ਨੇ। ਸੋ ਉਹਨਾਂ ਵਿੱਚੋਂ ਇੱਕ ਨੇ ਸਾਡੇ ਅੱਜ ਦੇ ਪ੍ਰਿੰਸੀਪਲ ਮੈਮ, ਯਾਨੀ ਕਿ ਡਾਕਟਰ ਨਵਨੀਤ ਕੌਰ। ਸੋ ਆਓ ਇਹਨਾਂ ਦਾ ਫਿਰ ਵੈਲਕਮ ਕਰਦੇ ਹਾਂ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸੋ ਲੁਧਿਆਣਾ ਲਾਈਵ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਸੋ ਮੈਮ, ਅਗਰ ਗੱਲ ਕਰੀਏ ਕੁਝ ਸਾਲ ਪਹਿਲੇ ਦੀ, ਤਾਂ ਕੁਝ ਸਾਲ ਪਹਿਲੇ ਦੇਖਿਆ ਜਾਂਦਾ ਸੀ ਕਿ ਮਹਿਲਾਵਾਂ ਬਹੁਤ ਹੀ ਘੱਟ ਉੱਚ ਅਹੁਦੇ 'ਤੇ ਨਜ਼ਰ ਆਉਂਦੀਆਂ ਸੀ ਹਰ ਖੇਤਰ ਵਿੱਚ, ਲੇਕਿਨ ਅੱਜ ਸਮਾਂ ਬਦਲਿਆ, ਲੋਕਾਂ ਦੀ ਸੋਚ ਬਦਲੀ, ਉਸ ਦੇ ਨਾਲ ਮਹਿਲਾਵਾਂ ਅੱਜ ਹਰ ਉੱਚ ਅਹੁਦੇ 'ਤੇ ਨਜ਼ਰ ਆਉਂਦੀ ਹਰ ਖੇਤਰ ਦੇ ਵਿੱਚ। ਤਾਂ ਕਿੱਦਾਂ ਦਾ ਲੱਗਦਾ ਹੈ ਪਰਿਵਰਤਨ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਬੜੀ ਸੋਹਣੀਆਂ ਲਾਈਨਸ ਨੇ ਸਵਾਮੀ ਵਿਵੇਕਾਨੰਦ ਨੇ ਕਹੀਆਂ ਸੀ, ਮੈਂ ਉਸ ਤੋਂ ਸਟਾਰਟ ਕਰਨਾ ਚਾਹੁੰਦੀ ਹਾਂ। ਕਹਿੰਦੇ ਨੇ the best thermometer to the progress of a nation is how the nation deals with its women। ਇਹਦਾ ਮਤਲਬ ਹੈ ਕਿ ਕੋਈ ਵੀ ਦੇਸ਼ ਤਰੱਕੀ ਤਾਂ ਹੀ ਕਰ ਸਕਦਾ ਹੈ, ਉਹ ਤਰੱਕੀ ਕਿਹਦੇ ਉੱਪਰ ਡਿਪੈਂਡ ਕਰਦੀ ਹੈ ਕਿ ਉਹ ਆਪਣੀ ਵਿਮਨ ਨੂੰ, ਆਪਣੀ ਔਰਤਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਟ੍ਰੀਟਮੈਂਟ ਕਰਦਾ ਹੈ। ਬੜੀ ਸੋਹਣੀ ਗੱਲ ਉਹਨਾਂ ਨੇ ਕੀਤੀ। ਬਿਲਕੁਲ ਸਹੀ ਤੁਸੀਂ ਕਿਹਾ ਕਿ ਵਿਮਨ ਅੱਜ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ ਨੇ। ਵੀ ਕੈਨ ਸੀ ਹਰ ਪਾਸੇ, ਹਰ ਉੱਚੇ ਅਹੁਦੇ ਤੇ ਵਿਮਨ ਹੈ ਨੇ, ਨੇਮ ਹੈ, ਫੇਮ ਹੈ, ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਨੇ। ਇਹਨੂੰ ਅਸੀਂ ਵਿਮਨ ਇੰਪਾਵਰਮੈਂਟ ਕਹਿੰਦੇ ਹਾਂ। ਪਰ ਅਗਰ ਅਸੀਂ ਰਿਐਲਿਟੀ ਨੂੰ ਦੇਖੀਏ ਤੇ ਹਜੇ ਵੀ ਕਈ ਇੱਦਾਂ ਦੀਆਂ ਔਰਤਾਂ ਨੇ, ਮੈਨੂੰ ਲੱਗਦਾ ਕਿ ਜ਼ਿਆਦਾਤਰ ਇਸ ਤਰ੍ਹਾਂ ਦੀ ਔਰਤਾਂ ਨੇ ਜਿਨ੍ਹਾਂ ਨੂੰ ਇੱਦਾਂ ਦੀ ਓਪਰਚੁਨਿਟੀਜ਼ ਨਹੀਂ ਮਿਲੀਆਂ। ਤੇ ਅੱਜ ਕਿਸ ਚੀਜ਼ ਦਾ ਦੌਰ ਹੈ ਜਾਂ ਕਿਸ ਚੀਜ਼ ਦੀ ਲੋੜ ਹੈ? ਮੈਂ ਕਹਿੰਦੀ ਹਾਂ ਵਿਮਨ ਇੰਪਾਵਰਮੈਂਟ ਦੀ ਤੇ ਲੋੜ ਹੈ, ਪਰ ਅਗਰ ਸਪੈਸੀਫਿਕਲੀ ਗੱਲ ਕਰੀਏ ਤੇ ਵਿਮਨ ਇਕਨੋਮਿਕ ਇੰਪਾਵਰਮੈਂਟ ਦੀ ਲੋੜ ਹੈ।
ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਔਰਤਾਂ ਬਹੁਤ ਤਰੱਕੀ ਕਰ ਰਹੀਆਂ ਨੇ, ਪਰ ਅਜੇ ਮੈਨੂੰ ਲੱਗਦਾ ਹੈ ਸਾਰੀਆਂ ਔਰਤਾਂ ਅਗਰ ਤਰੱਕੀ ਕਰ ਜਾਣ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣ ਜਾਣ, ਤੇ ਮੈਨੂੰ ਲੱਗਦਾ ਹੈ ਕਿ ਦੇਸ਼ ਕਿੱਥੇ ਪਹੁੰਚ ਜਾਏਗਾ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਈਜ਼ੀਲੀ ਹੋ ਗਈਆਂ ਜਾਂ ਸੋਸਾਇਟੀ ਨੇ ਅਪਣਾ ਲਿਆ ਮਹਿਲਾਵਾਂ ਨੂੰ, ਅੱਜ ਉੱਚ ਅਹੁਦੇ 'ਤੇ ਪਹੁੰਚ ਵੀ ਗਈਆਂ ਨੇ, ਕਿ ਅੱਜ ਕੀ ਫੇਸ ਕਰਨਾ ਪੈ ਰਿਹਾ ਮਹਿਲਾਵਾਂ ਨੂੰ ਅੱਜ ਵੀ ਸੋਸਾਇਟੀ ਤੋਂ? ਬੜਾ ਸੋਹਣਾ ਕੁਐਸਚਨ ਪੁੱਛਿਆ ਤੁਸੀਂ। ਸੋਸਾਇਟੀ ਨੂੰ, ਕਿਉਂਕਿ ਮੇਲ ਡੋਮੀਨੇਟਡ ਸੋਸਾਇਟੀ ਹੈ ਤੇ ਵਕਤ ਲੱਗੇਗਾ, ਐਕਸੈਪਟ ਕਰ ਵੀ ਰਹੇ ਨੇ, ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਰਿਐਲਿਟੀ ਦੀ ਗੱਲ ਕਰੀਏ, ਅਜੇ ਵੀ ਜਿਹੜੀਆਂ ਲੇਡੀਜ਼ ਨੇ ਇੰਡੀਆ ਦੇ ਵਿੱਚ ਬਹੁਤ ਸਾਰੀ ਇਨਇਕੁਆਲਿਟੀਜ਼ ਦਾ ਸ਼ਿਕਾਰ ਨੇ, ਭਾਵੇਂ ਉਹ ਇਕਨੋਮਿਕ ਇਨਇਕੁਆਲਿਟੀ ਹੋਵੇ, ਭਾਵੇਂ ਉਹ ਜੈਂਡਰ ਇਨਇਕੁਆਲਿਟੀ ਹੋਵੇ, ਪੋਲੀਟੀਕਲ ਇਨਇਕੁਆਲਿਟੀ ਹੋਵੇ, ਹੈਲਥ ਐਂਡ ਸਰਵਾਈਵਲ ਇਨਇਕੁਆਲਿਟੀ ਹੋਵੇ, ਇੱਦਾਂ ਦੀਆਂ ਕਈ ਇਨਇਕੁਆਲਿਟੀਜ਼ ਅਜੇ ਵੀ ਹੈ ਨੇ। ਇਹਨਾਂ ਇਨਇਕੁਆਲਿਟੀਜ਼ ਦੇ ਉੱਤੇ ਕੰਮ ਕਰਨਾ ਪਏਗਾ। ਅਗਰ ਅਸੀਂ ਕਹਿੰਦੇ ਹਾਂ ਕਿ ਦੇਸ਼ ਸਾਡਾ ਪੋਵਰਟੀ ਖਤਮ ਹੋ ਜਾਏ, ਆਪਣੇ ਦੇਸ਼ ਤੋਂ ਗਰੀਬੀ ਖਤਮ ਹੋ ਜਾਏ, ਅਸੀਂ ਇਕਨੋਮਿਕ ਗਰੋਥ ਵਧੀਆ ਹੋ ਜਾਏ, ਇਹ ਤਾਂ ਹੀ ਪੋਸੀਬਲ ਹੈ ਜਦੋਂ ਜਿਹੜੀਆਂ ਔਰਤਾਂ ਨੇ ਇਕਨੋਮਿਕਲੀ ਸਟਰੋਂਗ ਹੋ ਜਾਣ। ਸੋ ਮੈਂ ਅਕਸਰ ਬਹੁਤ ਸਾਰੀ ਇੰਟਰਵਿਊ ਲਾਸਟ ਟਾਈਮ 'ਤੇ ਪਿੱਛੇ ਕੀਤੀਆਂ ਨੇ, ਉਹਦੇ ਵਿੱਚ ਗੱਲ ਹੋਰ ਵੀ ਉੱਠ ਕੇ ਸਾਹਮਣੇ ਆਈ ਹੈਗੀ ਹੈ ਕਿ ਜਦੋਂ ਇੱਕ ਮੇਲ ਪਰਸਨ ਦੀ ਟਰਾਂਸਫਰ ਹੁੰਦੀ ਹੈਗੀ ਹੈ ਅਤੇ ਉਦੋਂ ਸਾਰਾ ਪਰਿਵਾਰ ਜਿਹੜਾ ਵਾ ਉਹਦੇ ਨਾਲ ਚੱਲਦਾ ਹੈਗਾ ਵੈ, ਹੈ ਨਾ, ਕੋਈ ਵੀ ਏਰੀਆ ਹੋਵੇ, ਕੋਈ ਵੀ ਸਟੇਟ ਹੋਵੇ। ਲੇਕਿਨ ਜਦੋਂ ਇੱਕ ਲੇਡੀਜ਼ ਦੀ ਟਰਾਂਸਫਰ ਹੁੰਦੀ ਹੈ ਤਾਂ ਉਹਨੂੰ ਕੋਈ ਜਲਦੀ ਅਸੈਪਟ ਨਹੀਂ ਕਰਦਾ, ਜਾਂ ਉਸਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਤੂੰ ਆਪਣੀ ਜੋਬ ਛੱਡ ਦੇ ਜਾਂ ਹੋਰ ਕੋਈ ਜਗ੍ਹਾ ਜੁਆਇਨ ਕਰ ਲੈ। ਸਰ, ਇਹਨਾਂ ਸੋਸਾਇਟੀ ਨੇ ਮੇਲਸ ਨੂੰ ਅਤੇ ਫੀਮੇਲਸ ਨੂੰ ਕੁਝ ਰੋਲਸ, ਜੈਂਡਰ ਰੋਲਸ ਜਿਹਨੂੰ ਕਿਹਾ ਜਾਂਦਾ ਹੈ, ਉਹ ਨਿਰਧਾਰਿਤ ਕੀਤੇ ਹੋਏ ਨੇ ਉਹਨਾਂ ਦੇ ਵਾਸਤੇ। ਜਿੱਦਾਂ ਫੋਰ ਐਗਜ਼ਾਮਪਲ ਜਿਹੜੇ ਮੈਨ ਨੇ, ਉਹਨਾਂ ਨੂੰ ਕੰਮ ਦਿੱਤਾ ਗਿਆ ਕਿ ਤੁਸੀਂ ਕਮਾਉਣਾ ਹੈ। ਉਹਦੇ ਨਾਲ ਕੀ ਹੋਇਆ, ਉਹ ਡੋਮੈਸਟਿਕ ਜਿਹੜੀ ਘਰੇਲੂ ਰਿਸਪੌਂਸਿਬਿਲਿਟੀਜ਼ ਤੋਂ ਉਹ ਪਿੱਛੇ ਹੋ ਗਏ। ਪਰ ਅੱਜ ਦੇ ਦੌਰ 'ਤੇ ਇੱਕ ਲੇਡੀ ਜਿਹੜੀ ਹੈ ਉਹ ਕਮਾ ਵੀ ਰਹੀ ਹੈ ਅਤੇ ਉਹਨੂੰ ਕਿੰਨੇ ਸਾਰੇ ਕੰਮ ਕਰਨੇ ਪੈਂਦੇ ਨੇ, ਭਾਵੇਂ ਉਹ ਬੱਚਿਆਂ ਨੂੰ ਦੇਖਣਾ, ਘਰ ਦਾ ਸਾਰਾ ਕੰਮ ਕਰਨਾ, ਬਾਹਰ ਜਾ ਕੇ ਨੌਕਰੀ ਵੀ ਕਰਨੀ, ਘਰ ਕੋਈ ਬਜ਼ੁਰਗ ਹੈ, ਕੋਈ ਬਿਮਾਰ ਹੈ, ਬੱਚਾ ਬਿਮਾਰ ਹੈ, ਉਹਨੂੰ ਛੁੱਟੀ ਲੈ ਕੇ ਉਹਦੇ ਵੱਲ ਵੀ ਧਿਆਨ ਦੇਣਾ ਪੈਂਦਾ ਹੈ, ਬੱਚੇ ਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਪੈਂਦਾ ਹੈ। ਈਵਨ ਕਿ ਸਕੂਲ ਵਿੱਚ ਪੈਰੈਂਟ ਟੀਚਰ ਮੀਟਿੰਗ ਹੈ ਅਤੇ ਉਹ ਮਦਰ ਨਹੀਂ ਜਾਣਾ। ਤੋ ਇਹ ਪ੍ਰੋਬਲਮਸ 'ਤੇ ਤੁਸੀਂ ਜਿੱਦਾਂ ਪੁੱਛਿਆ ਕਿ ਲੇਡੀਜ਼ ਨੂੰ ਇਹ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ, ਬਿਲਕੁਲ ਸਹੀ ਹੈ। ਕੋਈ ਟਰਾਂਸਫਰ ਹੋਇਆ ਅਤੇ ਇਹ ਅੰਡਰਸਟੂਡ ਹੈ ਕਿ ਅਗਰ ਬੰਦੇ ਦਾ ਟਰਾਂਸਫਰ ਹੋ ਗਿਆ ਤਾਂ ਸਾਰੀ ਫੈਮਿਲੀ ਨੇ ਸ਼ਿਫਟ ਕਰਨਾ ਹੈ। ਕੰਪਰੋਮਾਈਜ਼ ਕੌਣ ਕਰੇਗਾ, ਸੈਕਰੀਫਾਈਸ ਕੌਣ ਕਰੇਗਾ? ਇੱਕ ਲੇਡੀ ਕਰੇਗੀ। ਇਹਦੇ ਨਾਲ ਇੱਕ ਹੋਰ ਮੈਂ ਚੀਜ਼ ਜੋੜਨਾ ਚਾਹੁੰਦਾ ਕਿ ਵਿਆਹ ਤੋਂ ਪਹਿਲਾਂ ਤਾਂ ਇਹ ਪੇਰੈਂਟਸ ਆਪਣੀ ਕੁੜੀਆਂ ਨੂੰ ਬਹੁਤ ਜ਼ਿਆਦਾ ਪੜ੍ਹਾਉਂਦੇ ਨੇ, ਇੰਨਾ ਜ਼ਿਆਦਾ ਪੜ੍ਹਾ ਦਿੰਦੇ ਨੇ ਕਿ ਜੋਬ ਵੀ ਲੱਭਣੀ ਔਖੀ ਹੋ ਜਾਂਦੀ ਸਮ ਟਾਈਮਸ। ਲੇਕਿਨ ਵਿਆਹ ਤੋਂ ਬਾਅਦ ਉਹੀ ਜਿਹੜੀ ਕੁੜੀ ਹੁੰਦੀ ਹੈ ਇੱਕ ਨਾਰਮਲ ਜੋਬ ਕਰਦੀ, ਜਦ ਕਿ ਉਹਦਾ ਸਕਿੱਲਸ ਇੰਨੇ ਹੁੰਦੇ ਨੇ, ਉਹ ਘੱਟ ਸਕਿੱਲਸ 'ਤੇ ਔਰ ਘੱਟ ਸੈਲਰੀ 'ਤੇ ਕੰਮ ਕਰ ਰਹੀ ਹੁੰਦੀ ਹੈ ਕਿ ਕਿੱਥੇ ਵੀ ਉਹ ਕੰਪਰੋਮਾਈਜ਼ ਕਰਦੀ ਹੈ। ਬਿਲਕੁਲ ਜੀ, ਹਰ ਪਾਸੇ ਕੰਪਰੋਮਾਈਜ਼ ਕਰਦੀ ਹੈ। ਵਿਆਹ ਤੋਂ ਪਹਿਲਾਂ ਤਾਂ ਇੱਕ ਪਾਪਾ ਕੀ ਪਰੀ ਬਣ ਕੇ ਬੇਟੀ ਰਹਿੰਦੀ ਹੈ ਅਤੇ ਪਾਪਾ ਨੂੰ ਲੱਗਦਾ ਹੈ ਕਿ ਮੈਂ ਜਿੰਨੀਆਂ ਖੁਸ਼ੀਆਂ ਨੇ ਆਪਣੀ ਧੀ ਦੀ ਝੋਲੀ ਉਹਦੇ ਨਾਲ ਭਰ ਦਿਆਂ, ਬੈਸਟ ਆਫ ਐਜੂਕੇਸ਼ਨ ਦਿਆਂ। ਇਹੀ ਮਾਈਂਡਸੈਟ ਅਗਰ ਸਹੁਰਿਆਂ ਦਾ ਵੀ ਹੋਏ, ਥੋੜ੍ਹਾ ਜਿਹਾ ਅਗਰ ਉਹ ਵੀ ਬਦਲਣ ਦੀ ਕੋਸ਼ਿਸ਼ ਕਰਨ ਕਿ ਇੱਕ ਪਾਪਾ ਕੀ ਪਰੀ ਤਾਂ ਠੀਕ ਹੈ, ਪਰ ਹੁਣ ਇੱਕ ਇਸ ਘਰ ਦੀ ਇਹ ਰਾਣੀ ਹੈ, ਇਹ ਬਣਾ ਕੇ ਉਹਦੀ ਜ਼ਰੂਰਤਾਂ ਦੇ ਹਿਸਾਬ ਨਾਲ, ਉਹਦੇ ਸਕਿੱਲ ਦੇ ਹਿਸਾਬ ਨਾਲ, ਉਹਦੀ ਕੈਪੇਬਿਲਿਟੀਜ਼ ਦੇ ਹਿਸਾਬ ਨਾਲ ਉਹਨੂੰ ਇਜਾਜ਼ਤ ਦਿੱਤੀ ਜਾਵੇ ਕਿ ਕੋਈ ਉਹ ਜੌਬ ਕਰੇ। ਅਤੇ ਮੈਨੂੰ ਲੱਗਦਾ ਸਰ ਇਹ ਖੁਸ਼ੀਆਂ, ਇਸ ਪਰਿਵਾਰ ਵਿੱਚ ਵੀ ਖੁਸ਼ੀ ਹੈ ਅਤੇ ਦੇਸ਼ ਵਿੱਚ ਵੀ ਖੁਸ਼ੀਆਂ ਭਰ ਜਾਣਗੀਆਂ। ਪਰਿਵਰਤਨ ਤਾਂ ਬਹੁਤ ਸੋਹਣਾ ਹੋ ਰਿਹਾ ਹੈਗਾ ਵੈ, ਲੇਕਿਨ ਬਹੁਤ ਸਾਰੇ ਕੇਸਿਸ ਇੱਦਾਂ ਹੁੰਦੇ, ਕਿਉਂਕਿ ਹੁਣ ਤੱਕ ਅਸੀਂ ਆਪਣੀ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਆਏ ਹਾਂ ਔਰ ਇਹਨਾਂ ਚੀਜ਼ਾਂ ਨੂੰ ਸੁਣਦੇ ਵੱਡੇ ਹੋਏ ਹਾਂ ਕਿ ਸਾਨੂੰ ਦਹੇਜ ਪ੍ਰਥਾ ਬਹੁਤ ਵੱਡੀ ਜਿਹੜੀ ਟੌਪਿਕ ਹੈਗਾ ਸਾਡੇ ਦੇਸ਼ ਦਾ। ਲੇਕਿਨ ਉਸ ਦੇ ਨਾਲ ਅਗਰ ਸੁਸਾਇਟੀ ਅੱਗੇ ਵੱਧ ਰਹੀ, ਅਸੀਂ 21ਵੀਂ ਸਦੀ 'ਤੇ ਪਹੁੰਚ ਚੁੱਕੇ ਹਾਂ ਅਤੇ ਉਹਦੇ ਨਾਲ ਹੁਣ ਕੀ ਹੋ ਰਿਹਾ ਕਿ ਡਿਵੋਰਸ ਦੇ ਕੇਸਿਸ ਵੀ ਬਹੁਤ ਜ਼ਿਆਦਾ ਸਾਹਮਣੇ ਆ ਰਹੇ, ਉਹਨੂੰ ਕਿੱਦਾਂ ਦੇਖਦੇ ਹੋ? ਇੱਥੇ ਗੱਲ ਕਰਾਂਗੇ ਜੈਂਡਰ ਇਕੁਆਲਿਟੀ ਦੀ। ਇੱਕ ਲੜਕੀ ਨੂੰ ਵੀ ਇਹ ਰਿਅਲਾਈਜ਼ ਕਰਨਾ ਚਾਹੀਦਾ ਹੈ ਕਿ ਮੈਂ ਪੜ੍ਹ ਲਿਖ ਗਈ, ਇਹਦਾ ਮਤਲਬ ਇਹ ਨਹੀਂ ਕਿ ਮੈਂ ਸੁਪੀਰੀਅਰ ਹੋ ਗਈ। ਦੇਖੋ ਜੀ, ਇਹ ਤਾਂ ਹਸਬੈਂਡ ਜਾਂ ਵਾਈਫ, ਇਹ ਇੱਕ ਗੱਡੀ ਦੇ ਦੋ ਪਹੀਏ ਨੇ, ਇੱਕ ਪਹੀਏ ਨੂੰ ਹਟਾ ਦਈਏ ਅਤੇ ਗੱਡੀ ਚੱਲਣੀ ਔਖੀ ਹੋ ਜਾਣੀ ਹੈ। ਹਸਬੈਂਡ ਨੂੰ ਵੀ ਰਿਅਲਾਈਜ਼ ਕਰਨਾ ਚਾਹੀਦਾ ਕਿ ਮੇਰੀ ਵਾਈਫ ਹੈ ਔਰ ਮੇਰੇ ਬਰਾਬਰ ਦੀ ਪਾਰਟਨਰ ਹੈ। ਇਹੀ ਗੱਲ ਰਿਅਲਾਈਜ਼ ਕਰਨੀ ਚਾਹੀਦੀ ਇੱਕ ਲੇਡੀ ਨੂੰ, ਮਿਲ ਜੁਲ ਕੇ, ਸਮਝਦਾਰੀ ਦੇ ਨਾਲ। ਕਿਉਂਕਿ ਲੜਕੀਆਂ ਨੂੰ ਲੱਗਦਾ ਹੈ ਕਿ ਅੱਜ ਅਸੀਂ ਇੰਡੀਪੈਂਡੈਂਟ ਹੋ ਗਏ ਹਾਂ ਅਤੇ ਈਵਨ ਕਿ ਡਿਵੋਰਸ ਹੋ ਜਾਏਗਾ ਅਤੇ ਕੋਈ ਫਰਕ ਨਹੀਂ, ਮੈਂ ਆਪਣੇ ਆਪ ਨੂੰ ਪਾਲ ਲਵਾਂਗੀ। ਪਰ ਉਹ ਕੱਲ੍ਹ ਦੇ ਬਾਰੇ ਨਹੀਂ ਸੋਚ ਰਹੀ ਕਿ ਇਹ ਕਿੰਨੀਆਂ ਪ੍ਰੋਬਲਮਸ ਆਉਣਗੀਆਂ। ਇੱਕ ਬੱਚੇ ਦੀ ਲਾਈਫ, ਜਿਹੜੀ ਉਹਨਾਂ ਦਾ ਬੱਚਾ ਹੈ, ਉਹ ਰੁੱਲ ਜਾਵੇਗਾ। ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਮਿਲ ਜੁਲ ਕੇ ਉਹ ਗੱਡੀ ਚੱਲੇ ਅਤੇ ਰਫਤਾਰ 'ਤੇ ਉਹੀ ਫੜੇਗੀ ਗੱਡੀ।
ਇਹਦੇ ਨਾਲ ਹੀ ਪ੍ਰਸ਼ਨ ਇਹ ਵੀ ਬਣਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਜਿਹੜੇ ਕਿ ਨਵਾਂ ਯੂਥ ਵੱਡਾ ਹੋ ਰਿਹਾ ਵੈ, ਉਹ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਦਾ ਵਿਆਹ ਕਰਨਾ ਚਾਹੁੰਦੇ ਨੇ, ਤੇ ਤਾਂ ਹੀ ਉਹਨਾਂ ਨੂੰ ਸਮਾਂ ਲੱਗ ਰਿਹਾ ਕਿ ਇੱਕ ਚੰਗਾ ਮੁੰਡਾ ਔਰ ਚੰਗੀ ਕੁੜੀ ਅੱਜ ਕੱਲ੍ਹ ਸੁਸਾਇਟੀ 'ਚ ਕਹਿੰਦਾ ਕਿ ਲੱਭਣਾ ਬਹੁਤ ਔਖਾ ਹੈਗਾ, ਸਾਲੋਂ ਸਾਲ ਬੀਤ ਜਾਂਦੇ ਨੇ ਇਹ ਲੱਭਦਾ ਰਿਸ਼ਤਾ ਹੀ ਲੱਭਣ ਦੇ ਵਿੱਚ। ਬਿਲਕੁਲ ਸਹੀ ਹੈ ਜੀ, ਕਿਉਂਕਿ ਅੱਜ ਕੱਲ੍ਹ ਐਕਸਪੈਕਟੇਸ਼ਨਸ ਜਿਹੜੀਆਂ ਕੁੜੀਆਂ ਪੜ੍ਹ ਗਈਆਂ ਨੇ ਉਹਨਾਂ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਵੱਧ ਗਈਆਂ ਨੇ, ਉਹਨਾਂ ਦੇ ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਵੱਧ ਗਈਆਂ ਨੇ। ਅੱਜ ਕੱਲ੍ਹ ਪੈਸਾ ਪ੍ਰਧਾਨ ਹੋ ਗਿਆ ਹੈ। ਕੋਈ ਵੀ ਲੜਕੀ ਅਗਰ ਲੜਕੇ ਰਿਸ਼ਤਾ ਲੱਭ ਰਹੀ ਹੈ ਲੜਕੇ ਨੂੰ, ਤੇ ਉਹ ਇਹ ਨਹੀਂ ਦੇਖੇਗੀ ਕਿ ਇਹ ਲੜਕਾ ਬਹੁਤ ਚੰਗਾ ਹੈ, ਇਹਨਾਂ ਦਾ ਘਰ-ਬਾਰ ਬਹੁਤ ਚੰਗਾ ਹੈ, ਇਹਦੇ ਕੋਈ ਗਲਤ ਐਬ ਉਸ ਮੁੰਡੇ ਵਿੱਚ ਨਹੀਂ ਹੈ। ਉਹਨੇ ਇਹ ਦੇਖਣਾ ਹੈ ਕਿ ਇਹ ਕਮਾਉਂਦਾ ਕਿੰਨਾ ਹੈ। ਤੇ ਜਦੋਂ ਖਾਲੀ ਅਸੀਂ ਇਹੀ ਸੋਚ ਰੱਖਾਂਗੇ ਤੇ ਅਲਟੀਮੇਟਲੀ ਪ੍ਰੋਬਲਮਸ ਆਉਣਗੇ ਹੀ ਆਉਣਗੇ। ਬਿਲਕੁਲ। ਔਰ ਮੈਮ ਅਗਰ ਗੱਲ ਕਰੀਏ ਵੂਮੈਨਸ ਡੇ ਸਪੈਸ਼ਲ ਆਪਣਾ ਚੱਲ ਰਿਹਾ, ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਕੁੜੀਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਰਿਅਲਾਈਜ਼ ਕਰਨ ਕਿ ਅੱਜ ਦੇ ਦੌਰ 'ਤੇ ਇਕਨੋਮਿਕ ਜਸਟਿਸ ਮਿਲਣਾ ਬਹੁਤ ਜ਼ਰੂਰੀ ਹੈ, ਇਕਨੋਮਿਕਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ। ਕੁੜੀਆਂ ਨੂੰ ਇਹ ਸਮਝਣਾ ਚਾਹੀਦਾ ਕਿ ਓਪਰਚੁਨਿਟੀਜ਼ ਆਪ ਚੱਲ ਕੇ ਉਹਨਾਂ ਦੀ ਝੋਲੀਆਂ 'ਚ ਨਹੀਂ ਆਉਣਗੀਆਂ, ਬਜਾਏ ਉਹਦੇ ਉਹਨਾਂ ਨੂੰ ਰਸਤੇ ਲੱਭਣੇ ਪੈਣੇ ਨੇ ਨਵੀਆਂ ਓਪਰਚੁਨਿਟੀਜ਼ ਕ੍ਰੀਏਟ ਕਰਨ ਵਾਸਤੇ। ਔਰ ਇਸ ਗੱਲ ਦਾ ਜ਼ਰੂਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜਿਸ ਤਰ੍ਹਾਂ ਕਹਿੰਦੇ ਆ ਇਕੁਇਟੇਬਲ ਡਿਸਟਰੀਬਿਊਸ਼ਨ ਆਫ ਡਿਊਟੀਜ਼ ਰਿਸਪੌਂਸਿਬਿਲਿਟੀਜ਼ ਇਹ ਜ਼ਰੂਰ ਰਹੇ, ਅਤੇ ਆਪਣੇ ਆਪ ਨੂੰ ਪਹਿਚਾਣਨ, ਸੈਲਫ ਵਰਥ ਨੂੰ ਕੰਪਰੋਮਾਈਜ਼ ਨਾ ਕਰਨ। ਸੋ ਇਹ ਮੈਂ ਮੈਸੇਜ ਜ਼ਰੂਰ ਅੱਜ ਦੀ ਲੜਕੀਆਂ ਨੂੰ ਦੇਣਾ ਚਾਹੁੰਦੀ ਹਾਂ ਕਿ ਉਹ ਵੱਧ ਚੜ੍ਹ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ, ਪਰ ਹਾਂ ਘਰ ਪਰਿਵਾਰ ਇਹ ਵੀ ਪ੍ਰਾਇਓਰਿਟੀ ਹੈ। ਬਿਲਕੁਲ। ਉਹ ਮੈਂ ਹੁਣ ਗੱਲ ਕਰਦੇ ਹਾਂ ਕੁਝ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ। ਸੋ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੀ ਆਪਣੀ ਸਕੂਲਿੰਗ ਕਿੱਥੋਂ ਕੀਤੀ, ਕਾਲਜ ਕਿੱਥੇ ਕੀਤਾ? ਮੇਰਾ ਜਨਮ ਹੋਇਆ ਜੀ ਆਸਨਸੋਲ ਵੈਸਟ ਬੰਗਾਲ ਦੇ ਵਿੱਚ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਬਿਜ਼ਨਸ ਵਿੱਚ ਸੀ ਅਤੇ ਅਸੀਂ ਲਖਨਊ ਸ਼ਿਫਟ ਹੋ ਗਏ। ਉੱਥੇ ਮੇਰੀ ਐਜੂਕੇਸ਼ਨ ਹੋਈ ਲੋਰੇਟੋ ਕੌਨਵੈਂਟ ਲਖਨਊ। ਸਕੂਲਿੰਗ ਤੋਂ ਬਾਅਦ ਅਸੀਂ ਪੰਜਾਬ ਆ ਗਏ ਲੁਧਿਆਣੇ, ਅਤੇ ਸਾਰੀ ਐਜੂਕੇਸ਼ਨ ਮੇਰੀ ਇੱਥੋਂ ਹੀ ਹੈ। ਖਾਲਸਾ ਕਾਲਜ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ, ਮਾਲਵਾ ਸੈਂਟਰਲ ਕਾਲਜ ਤੋਂ B.Ed ਕੀਤੀ। ਉਸ ਤੋਂ ਬਾਅਦ ਮੈਰਿਜ ਹੋ ਗਈ। ਉਸ ਤੋਂ ਬਾਅਦ ਕੋਰਸਪੋਂਡੈਂਸ ਦੇ ਥਰੂ ਮੈਂ ਆਪਣੀ ਸਟੱਡੀਜ਼ ਕੀਤੀ। ਸੋ ਮੈਂ MA ਇਨ ਇੰਗਲਿਸ਼, MA ਇਨ ਸਾਈਕੋਲੋਜੀ, ਉਸ ਤੋਂ ਇਲਾਵਾ M.Ed ਕੀਤੀ, UGC ਨੈਟ ਕੀਤਾ ਅਤੇ PhD ਇਨ ਐਜੂਕੇਸ਼ਨ ਕੀਤੀ। ਸੋ ਮੈਂ ਜਿੱਦਾਂ ਤੁਸੀਂ ਕਾਲਜ 'ਚ ਬਹੁਤ ਸਾਰੀ ਐਕਟੀਵਿਟੀਜ਼ ਕੀਤੀਆਂ ਨੇ, ਅਕਸਰ ਕਿਹਾ ਜਾਂਦਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈਗਾ ਹੈ ਨਾ, ਅਤੇ ਕਾਲਜ ਵੀ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ, ਅਤੇ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਕੀ ਪਾਰਟੀਸਪੇਟ ਕਰਦੇ ਸੀ ਉਸ ਸਮੇਂ? ਜਦੋਂ ਮੈਂ ਕਾਲਜ ਵਿੱਚ ਪੜ੍ਹੀ ਅਤੇ ਉਸ ਵੇਲੇ ਤਾਂ ਖੈਰ ਇਹ ਇੰਨੀ ਫੁੱਲ ਫਲੈਜਡ ਨਹੀਂ ਹੁੰਦਾ ਸੀ, ਪਰ ਮੈਂ 15 ਸਾਲ ਕਾਲਜ ਵਿੱਚ ਪੜ੍ਹਾਇਆ ਹੈ, B.Ed ਕਾਲਜ ਵਿੱਚ ਪੜ੍ਹਾਇਆ, ਅਤੇ ਉਸ ਵੇਲੇ ਯੂਥ ਫੈਸਟੀਵਲ ਆਪਣੀ ਚਰਮ ਸੀਮਾ 'ਤੇ ਹੁੰਦਾ ਸੀ ਔਰ ਹਰ ਤਰੀਕੇ ਦੀ ਐਕਟੀਵਿਟੀ 'ਚ ਬੱਚੇ ਪਾਰਟੀਸਪੇਟ ਕਰਦੇ ਸੀ। ਕਿਉਂਕਿ ਮੇਰਾ ਸਿੰਗਿੰਗ ਵੱਲ ਬਹੁਤ ਜ਼ਿਆਦਾ ਰੁਝਾਅ ਹੈ, ਅਤੇ ਮੈਂ ਇੰਚਾਰਜ ਹੁੰਦੀ ਸੀ ਸ਼ਬਦ, ਵਾਰ ਸਿੰਗਿੰਗ, ਗਜ਼ਲ ਗਾਇਕੀ। ਸੋ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਆਪਣੇ ਸਟੂਡੈਂਟਸ ਨੂੰ ਹੈਲਪ ਵੀ ਕਰਦੀ ਸੀ, ਇਨਕਰੇਜ ਵੀ ਕਰਦੀ ਸੀ, ਅਤੇ ਆਫਕੋਰਸ ਪ੍ਰੋਫੈਸ਼ਨਲ 'ਤੇ ਬੁਲਾਏ ਜਾਂਦੇ ਸੀ, ਅਤੇ ਨਾਲ ਦੇ ਨਾਲ ਮੈਂ ਰਹਿੰਦੀ ਸੀ। ਮੈਨੂੰ ਲੱਗਦਾ ਸੀ ਜਿੱਦਾਂ ਯੂਥ ਫੈਸਟੀਵਲ ਵਿੱਚ ਬੱਚੇ ਨਹੀਂ ਸਗੋਂ ਮੈਂ ਪਾਰਟੀਸਪੇਟ ਕਰ ਰਹੀ ਹਾਂ। ਜੀ ਮੈਮ, ਕੀ ਸੁਣਾਓਗੇ ਦਰਸ਼ਕਾਂ ਨੂੰ ਤੁਸੀਂ? ਇੱਕ ਸੌਂਗ ਗੀਤ ਹੈ ਮੇਰੇ ਦਿਲ ਦੇ ਬੜੇ ਕਰੀਬ ਹੈ, ਸੋ ਮੈਂ ਖਾਲੀ 2 ਲਾਈਨਸ ਇਹਨਾਂ ਦੀ ਗੁਨਗੁਨਾਉਣਾ ਚਾਹੁੰਦੀ ਹਾਂ। ਲਾਲ ਮੇਰੀ ਪਤ ਰੱਖਿਓ ਭਲਾ ਝੂਲੇ ਲਾਲਨ, ਸਿੰਧੜੀ ਦਾ ਸੇਵਣ ਦਾ ਸਤੀ ਸ਼ਾਬਾਜ਼ ਕਲੰਦਰ, ਦਮਾ ਦਮ ਮਸਤ ਕਲੰਦਰ, ਕਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ, ਹੋ ਲਾਲ ਮੇਰੀ। ਬਹੁਤ ਵਧੀਆ ਗਾਇਆ ਮੈਮ, ਬਹੁਤ ਵਧੀਆ ਗਾਇਆ। ਸੋ ਗੱਲ ਕਰੀਏ ਕਿ ਤੁਹਾਡੀ ਹੌਬੀਜ਼ ਦੀ, ਅਤੇ ਤੁਹਾਡੀ ਹੌਬੀਜ਼ ਕੀ ਨੇ? ਸਿੰਗਿੰਗ, ਮੈਂ ਕੀਰਤਨ ਵੀ ਕਰਨੀ ਆ, ਅਤੇ ਜਦੋਂ ਮੈਨੂੰ ਲੱਗਦਾ ਹੈ ਕਿ ਹਾਰਮੋਨੀਅਮ ਆਪਣੇ ਸਾਹਮਣੇ ਹੋਏ ਔਰ ਰੱਬ ਦੇ ਨਾਲ ਲਿਵ ਲੱਗ ਜਾਏ, ਅਤੇ ਇਸ ਤੋਂ ਵੱਡੀ ਹੌਬੀ ਪਰਸਿਊ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਮੈਂ ਸਟੇਜ ਕੰਡਕਟ ਕਰਨਾ, ਸੈਮੀਨਾਰਸ ਕੰਡਕਟ ਕਰਨੇ ਜਾਂ ਸਪੀਚਸ ਦੇਣੀਆਂ, ਕਮੈਂਟਰੀ ਕਰਨੀ, ਇਹ ਸਭ ਵੀ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ। ਔਰ ਜਦੋਂ ਵੀ ਮੈਨੂੰ ਲੱਗਦਾ ਕਿ ਫ੍ਰੀ ਟਾਈਮ ਹੈ ਅਤੇ ਐਕੈਡਮਿਕਸ ਤੋਂ, ਐਡਮਿਨਿਸਟ੍ਰੇਸ਼ਨ ਤੋਂ ਥੋੜ੍ਹਾ ਟਾਈਮ ਮੈਨੂੰ ਮਿਲ ਰਿਹਾ ਹੈ, ਅਤੇ ਮੈਂ ਜ਼ਰੂਰ ਇਹ ਕੁਝ ਨਾ ਕੁਝ ਕਰਦੀ ਹਾਂ। ਲਾਈਕ CD ਵੀ ਕੱਢੀ ਹੋਈ ਹੈ ਇੱਕ ਆਧ ਮ੍ਰਿਤਵਿੰਜ, ਮਹਾਮ੍ਰਿਤਵਿੰਜੇ ਦੀ, ਤੋ ਇਹ ਮੇਰਾ ਪੈਸ਼ਨ ਹੈ। ਸੋ ਦੋਸਤੋ, ਜਿੱਦਾਂ ਅੱਜ ਅਸੀਂ ਇੰਟਰਵਿਊ ਕਰ ਰਹੇ ਹੈਗੇ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ, ਤੁਹਾਨੂੰ ਦੱਸ ਦੇਵਾਂ ਕਿ
ਬਾਲੀਵੁੱਡ ਔਰ ਬਾਲੀਵੁੱਡ ਦੇ ਐਕਟਰ ਦਲਜੀਤ ਦੋਸਾਂਝ ਭਾਜੀ ਵੀ ਐਸੀ ਸਕੂਲ ਪੜ੍ਹੇ ਸੀਗੇ। ਸੋ ਆਪ ਥੋੜੀ ਗੱਲਬਾਤ ਕਰਦੇ ਉਹਨਾਂ ਦੀ ਜਰਨੀ ਦੇ ਬਾਰੇ। ਮੈਮ ਕਿੱਦਾਂ ਦਾ ਲੱਗਦਾ ਹੈ, ਪ੍ਰਾਊਡ ਮੂਮੈਂਟ ਕਿੱਦਾਂ ਦਾ ਫੀਲ ਹੁੰਦਾ ਜਦੋਂ ਪਤਾ ਲੱਗਦਾ ਕਿ ਦਲਜੀਤ ਭਾਜੀ ਵੀ ਇੱਥੋਂ ਹੀ ਪੜ੍ਹ ਕੇ ਗਏ ਸੀਗੇ? ਉਹਨਾਂ ਦੀ ਕੁਝ ਮੈਮਰੀ ਸਾਨੂੰ ਯਾਦ ਕਰਾਓ, ਸਾਡੇ ਦਰਸ਼ਕਾਂ ਨੂੰ ਦੱਸੋ ਕਿੱਦਾਂ ਦੀ ਉਹਨਾਂ ਦੀ ਮੈਮਰੀਜ਼ ਨੇ ਇੱਥੇ ਸਕੂਲ ਦੇ ਵਿੱਚ। ਇਹਦੇ ਵਾਸਤੇ ਤੇ ਮੈਂ ਇਹ ਕਹਿ ਸਕਦੀ ਹਾਂ ਕਿ ਕਾਸ਼ ਉਸ ਵੇਲੇ ਮੈਂ ਇਸੇ ਸਕੂਲ ਵਿੱਚ ਹੁੰਦੀ ਐਜ਼ ਅ ਪ੍ਰਿੰਸੀਪਲ, ਪਰ ਮੈਂ ਥੋੜ੍ਹੇ ਸਾਲ ਪਹਿਲਾਂ ਹੀ ਇੱਥੇ ਜੁਆਇਨ ਕੀਤਾ। ਪਰ ਜਦੋਂ ਮੈਂ ਜੁਆਇਨ ਕੀਤਾ ਪਹਿਲੇ ਦਿਨ ਜਦੋਂ ਮੈਂ ਸਕੂਲ ਆਈ ਅਤੇ ਮੈਨੂੰ ਜਦੋਂ ਟੀਚਰਸ ਨੇ ਦੱਸਿਆ ਕਿ ਦਲਜੀਤ ਦੋਸਾਂਝ ਜੀ ਇੱਥੋਂ ਦੇ ਪ੍ਰੋਡਕਟ ਨੇ, ਮੈਨੂੰ ਬੜਾ ਚੰਗਾ ਲੱਗਿਆ। ਈਵਨ ਕਿ ਜਦੋਂ ਉਹਨਾਂ ਦੇ ਬੈਚਮੇਟਸ ਆਉਂਦੇ ਨੇ, ਕੋਈ ਉਹਨਾਂ ਦੇ ਕਲਾਸਮੇਟਸ ਆਉਂਦੇ ਨੇ, ਮਿਲਦੇ ਨੇ, ਅਤੇ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਹਾਂ ਕਿ ਕਿਸੇ ਤਰੀਕੇ ਨਾਲ ਦਲਜੀਤ ਜੀ ਨੂੰ ਮੈਸੇਜ ਦੇ ਦਿਓ ਕਿ ਉਹਨਾਂ ਦਾ ਸਕੂਲ ਉਹਨਾਂ ਨੂੰ ਬਹੁਤ ਯਾਦ ਕਰ ਰਿਹਾ, ਅਤੇ ਬਹੁਤ ਚੰਗਾ ਲੱਗੇਗਾ ਕਿ ਜੇਕਰ ਉਹ ਸਕੂਲ ਆਏ ਸਾਡੇ ਨਾਲ ਮਿਲ ਕੇ, ਅਸੀਂ ਕਿੰਨੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ, ਸਾਡੇ ਬੱਚੇ ਕਿੰਨੇ ਖੁਸ਼ ਹੋਣਗੇ ਉਹਨਾਂ ਨੂੰ ਮਿਲ ਕੇ। ਅਤੇ ਨੈਚੁਰਲੀ ਸਰ ਬਹੁਤ ਚੰਗਾ ਲੱਗਦਾ। ਅੱਛਾ, ਕਿਹੜੀ ਕਕਸ਼ਾ ਤੱਕ ਉਹਨਾਂ ਨੇ ਇੱਥੇ ਆਪਣੀ ਸਕੂਲਿੰਗ ਕੰਪਲੀਟ ਕੀਤੀ ਹੈ ਤੁਹਾਡੀ? +2 ਕੀਤਾ ਹੈ ਜੀ ਇੱਥੇ। ਅਤੇ ਟੀਚਰਸ ਜਿਹੜੇ ਉਹਨਾਂ ਦੇ ਅਜੇ ਵੀ ਟੀਚਰਸ ਜਿਨ੍ਹਾਂ ਨੇ ਪੜ੍ਹਾਇਆ ਸੀ ਉਹਨਾਂ ਨੂੰ, ਉਹ ਹੁਣੇ ਵੀ ਇੱਥੇ ਹੈ ਨੇ, ਉਹਨਾਂ ਵਿੱਚੋਂ ਕਈ ਟੀਚਰਸ ਹੈ ਨੇ, ਅਤੇ ਉਹ ਦੱਸਦੇ ਨੇ ਕਿ ਦਲਜੀਤ ਜੀ ਬੜੇ ਨੋਟੀ ਹੁੰਦੇ ਸੀ। ਅਤੇ ਜਿੱਦਾਂ ਜੀ +1 +2 ਦੇ ਬੱਚੇ ਹੁੰਦੇ ਨੇ, ਸੋ ਹੀ ਵਾਜ਼ ਲਾਈਕ ਦੈਟ, ਵੈਰੀ ਐਕਟਿਵ। ਉਹਦੇ ਬਦੌਲਤ ਹੀ ਅੱਜ ਦੇਖੋ ਕਿੱਥੋਂ ਤੱਕ ਪਹੁੰਚ ਗਏ, ਔਰ ਸਾਨੂੰ ਬਹੁਤ ਮਾਣ ਹੈ। ਬਿਲਕੁਲ, ਬਹੁਤ ਮਾਣ ਵਾਲੀ ਗੱਲ ਹੈ ਕਿ ਦਲਜੀਤ ਭਾਜੀ ਇਸ ਸਕੂਲ 'ਚ ਸਟੂਡੈਂਟਸ ਨੇ, ਪ੍ਰਿੰਸੀਪਲਸ ਵਾਸਤੇ ਵੀ, ਸਾਡੇ ਵਾਸਤੇ ਵੀ, ਕਿਉਂਕਿ ਅਸੀਂ ਵੀ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹੈਗੇ ਹਾਂ। ਸੋ ਮੈਮ ਅੱਗੇ ਗੱਲ ਵਧਾਉਂਦੇ ਹੈਗੇ ਆਪਣੀ ਇੰਟਰਵਿਊ ਦੇ, ਕੰਟੀਨਿਊ ਕਰਦੇ ਹਾਂ। ਸੋ ਮੈਮ ਗੱਲ ਕਰੀਏ ਜਿਸ ਤਰ੍ਹਾਂ ਕਿ ਕੋਵਿਡ ਦਾ ਸਮਾਂ ਰਿਹਾ ਹੈਗਾ, ਉਸ ਟਾਈਮ ਤੁਸੀਂ ਕੀ ਐਕਟੀਵਿਟੀਜ਼ ਕੀਤੀਆਂ? ਕੋਵਿਡ ਵਿੱਚ ਜੀ ਸਟਾਰਟਿੰਗ ਇਨੀਸ਼ੀਅਲ ਤੇ 1-1.5 ਮਹੀਨੇ ਤੇ ਸਾਰਾ ਸਕੂਲ ਪੂਰਾ ਹੀ ਬੰਦ ਸੀ, ਕਿਉਂਕਿ ਔਨਲਾਈਨ ਦਾ ਕੰਸੈਪਟ ਅਜੇ ਸਟਾਰਟ ਨਹੀਂ ਹੋਇਆ ਸੀ। ਜਦੋਂ ਕੰਸੈਪਟ ਸਟਾਰਟ ਹੋਇਆ ਤੇ ਹੌਲੀ ਹੌਲੀ ਅਸੀਂ ਬੱਚਿਆਂ ਨੂੰ ਆਪਣੇ ਨਾਲ ਜੋੜਿਆ। ਪਹਿਲਾਂ ਤੇ ਐਕੈਡਮਿਕਸ ਦੇ ਨਾਲ ਹੀ ਜੋੜਿਆ, ਪੜ੍ਹਾਈ ਹੌਲੀ ਹੌਲੀ, ਫਿਰ ਅਸੀਂ ਫੈਸਟੀਵਲਸ ਵੀ ਸੈਲੀਬ੍ਰੇਟ ਕੀਤੇ। ਕੋਈ ਡੇ ਹੋਏ, ਜਿਸ ਤਰ੍ਹਾਂ ਚਿਲਡਰਨਸ ਡੇ ਹੈ, ਟੀਚਰਸ ਡੇ ਹੈ, ਰਕਸ਼ਾ ਬੰਧਨ ਹੈ, ਦੀਵਾਲੀ ਹੈ, ਦੁਸਹਿਰਾ ਹੈ, ਅਸੀਂ ਸਾਰੇ ਫੈਸਟੀਵਲਸ ਵਿੱਚ ਬੱਚਿਆਂ ਨੂੰ ਆਪਣੇ ਨਾਲ ਜੋੜਿਆ। ਆਫਕੋਰਸ ਔਨਲਾਈਨ ਹੌਲੀ ਹੌਲੀ, ਫਿਰ ਜਦੋਂ ਸਾਰੇ ਸਕੂਲਸ ਆਪਸ ਵਿੱਚ ਮਿਲ ਗਏ, ਉਹਨਾਂ ਨੇ ਇੱਕ ਪਲੈਟਫਾਰਮ ਕ੍ਰੀਏਟ ਕੀਤਾ ਜਿਹਦੇ ਵਿੱਚ ਔਨਲਾਈਨ ਕੰਪੀਟੀਸ਼ਨਸ ਸਟਾਰਟ ਕਰਵਾਈਆਂ ਗਈਆਂ। ਕੰਪੀਟੀਸ਼ਨਸ ਇੰਟਰਾ ਸਕੂਲ ਵੀ ਹੋਈਆਂ, ਇੰਟਰ ਸਕੂਲ ਵੀ ਹੋਈਆਂ, ਤਾਂ ਕਿ ਬੱਚਿਆਂ ਨੂੰ ਇਹ ਨਾ ਲੱਗੇ ਕਿ ਅਸੀਂ ਸਕੂਲ ਦੇ ਨਾਲ ਜੁੜੇ ਨਹੀਂ ਹੋਏ। ਅਤੇ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਇਹ ਫੀਲਿੰਗ ਦੇਣ ਵਾਸਤੇ ਕਿ ਬੇਟਾ ਤੁਸੀਂ ਅਜੇ ਵੀ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਅਸੀਂ ਤੁਹਾਡੇ ਨਾਲ ਹਾਂ, ਅਤੇ ਜਿਸ ਤਰ੍ਹਾਂ ਹੀ ਸਕੂਲ ਖੁੱਲ੍ਹ ਜਾਂਦੇ ਨੇ, ਸਿਚੁਏਸ਼ਨਸ ਨੋਰਮਲ ਹੋ ਜਾਂਦੀਆਂ ਨੇ, ਤੁਸੀਂ ਵਾਪਸ ਸਕੂਲ ਆ ਜਾਓਗੇ। ਬਿਲਕੁਲ, ਗੱਲ ਕਰੀਏ ਕਿਉਂਕਿ ਤੁਹਾਡੀ ਪ੍ਰੋਫਾਈਲ ਦੀ ਇਸ ਟਾਈਮ ਚਰਚਾ ਚੱਲ ਰਹੀ ਹੈ, ਸੋ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ, ਕੀ ਕਰ ਰਿਹਾ ਇਸ ਟਾਈਮ? ਮੇਰੀ ਫੈਮਿਲੀ 'ਚ ਮੇਰੇ 2 ਬੇਟੇ ਨੇ। ਵੱਡਾ ਬੇਟਾ ਜਿਹੜਾ ਹੈ ਉਹ ਆਰਕੀਟੈਕਚਰਲ ਫੀਲਡ ਦੇ ਨਾਲ ਜੁੜਿਆ ਹੋਇਆ ਅਤੇ ਕੈਨੇਡਾ ਬੇਸਡ ਕੰਪਨੀ ਦੇ ਨਾਲ ਜੁੜਿਆ ਹੋਇਆ ਅਤੇ ਪਲਾਨਸ ਬਣਾ ਕੇ ਦਿੰਦਾ। ਛੋਟੇ ਬੇਟੇ ਨੇ ਹੁਣੇ ਹੀ ਆਪਣੀ BCom ਕੀਤੀ ਹੈ ਅਤੇ ਐਂਟਰੈਂਸ ਐਗਜ਼ਾਮਸ ਵਾਸਤੇ ਤਿਆਰੀ ਕਰ ਰਿਹਾ। ਬਿਲਕੁਲ, ਕਹਿੰਦਾ ਕਿ ਅਸੀਂ ਸਾਡਾ ਸੰਸਾਰ ਬਹੁਤ ਸੋਹਣਾ ਹੈ, ਜ਼ਿੰਦਗੀ ਰੱਬ ਨੇ ਬਹੁਤ ਸੋਹਣੀ ਦਿੱਤੀ ਹੈਗੀ ਹੈ। ਸੋ ਬਹੁਤ ਘੱਟ ਇੱਦਾਂ ਦੇ ਮੂਵਮੈਂਟ ਜਾਂ ਬਹੁਤ ਜ਼ਿਆਦਾ ਇਹੋ ਜਿਹੇ ਮੂਵਮੈਂਟਸ ਆਉਂਦੇ ਨੇ ਕਿ ਜਦੋਂ ਸਾਨੂੰ ਲੱਗਦਾ ਕਿ ਇਹ ਸਾਡਾ ਲਾਈਫ ਦਾ ਸਭ ਤੋਂ ਸੁਨਹਿਰਾ ਪਲ ਹੈਗਾ। ਸੋ ਤੁਹਾਡੀ ਲਾਈਫ ਦਾ ਸੁਨਹਿਰਾ ਪਲ ਕਿਹੜਾ ਜਦੋਂ ਤੁਹਾਨੂੰ ਲੱਗਿਆ ਕਿ ਘੜੀ ਇੱਥੇ ਰੁਕ ਜਾਏ ਔਰ ਸ਼ਾਮ ਨਾ ਪਵੇ, ਪੂਰਾ ਦਿਨ ਇੱਦਾਂ ਹੀ ਕੰਟੀਨਿਊ ਚੱਲਦਾ ਰਹੇ? ਵੈਸੇ ਤਾਂ ਇੱਦਾਂ ਦੇ ਕਈ ਮੌਕੇ ਪਰਮਾਤਮਾ ਨੇ ਦਿੱਤੇ ਨੇ। ਮੇਰੀ ਮੈਰਿਜ ਹੋਣੀ, ਮੇਰੇ ਹਸਬੈਂਡ ਦੇ ਨਾਲ ਇੱਕ ਵੰਡਰਫੁਲ ਪਾਰਟਨਰ, ਮੇਰੇ ਬੱਚਿਆਂ ਦਾ ਜਨਮ ਦੇਣਾ, ਬਿਊਟੀਫੁਲ ਮੂਮੈਂਟਸ, ਇੱਥੇ ਜੁਆਇਨ ਕਰਨਾ ਐਜ਼ ਅ ਪ੍ਰਿੰਸੀਪਲ। ਮੈਨੂੰ ਲੱਗਦਾ ਹੈ ਕਿ ਰੱਬ ਨੇ ਵਾਕਈ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਅਤੇ ਇਹ ਆਪਣਾ ਨਜ਼ਰੀਆ ਹੈ, ਅਸੀਂ ਔਖੇ ਸਮੇਂ ਵਿੱਚ ਵੀ ਖੁਸ਼ੀਆਂ ਲੱਭ ਲਈਏ, ਚੰਗੀਆਂ ਗੱਲਾਂ ਦੇ ਬਾਰੇ ਸੋਚ ਲਈਏ, ਅਤੇ ਲੱਗਦਾ ਹੈ ਕਿ ਹਰ ਦਿਨ ਹੀ ਖੁਸ਼ੀਆਂ ਨਾਲ ਭਰੀ ਹੋਈ ਹੈ। ਅੱਛਾ, ਇੱਕ ਨਾ ਬਾਲੀਵੁੱਡ ਦੀ ਮੂਵੀ ਆਈ ਸੀ, ਮੂਵੀ ਦਾ ਨਾਮ ਸੀ ਨਾਇਕ। ਉਹਦੇ 'ਚ ਅਨਿਲ ਕਪੂਰ ਜੀ ਨੂੰ ਇੱਕ ਦਿਨ ਦਾ CM ਬਣਾ ਦਿੱਤਾ ਜਾਂਦਾ ਹੈ। ਅਗਰ ਤੁਹਾਨੂੰ ਇਹ ਮੌਕਾ ਮਿਲਦਾ ਇੱਕ ਦਿਨ ਦਾ CM ਬਣਨ ਦਾ, ਅਤੇ ਤੁਸੀਂ ਆਪਣੇ ਸ਼ਹਿਰ ਲੁਧਿਆਣਾ ਵਾਸਤੇ ਔਰ ਪੰਜਾਬ ਵਾਸਤੇ ਕੀ ਕੰਮ ਕਰਨਾ ਚਾਹੋਗੇ? ਪਹਿਲਾਂ ਸਰ ਬਣਾ ਕੇ ਮੈਨੂੰ ਇੱਕ ਵਾਰੀ ਦਿਖਾ ਦਿਓ ਅਤੇ ਮੈਂ ਬੜਾ ਕੁਝ ਕਰ ਦੇਵਾਂਗੀ। ਅਤੇ ਬਿਲਕੁਲ ਲੁਧਿਆਣੇ ਵਾਸਤੇ ਬਹੁਤ ਕੁਝ ਕਰਨਾ ਚਾਹਵਾਂਗੀ, ਕਿਉਂਕਿ ਬੀਇੰਗ ਅ ਲੇਡੀ, ਅਤੇ ਨੈਚੁਰਲੀ ਮੇਰੀ ਪ੍ਰਾਇਓਰਿਟੀ ਹੋਏਗੀ ਉਹ ਲੇਡੀਜ਼ ਵਾਸਤੇ ਹੀ ਹੋਏਗੀ। ਵਿਮਨ ਐਮਪਾਵਰਮੈਂਟ ਜਿਹੜੀ ਖਾਲੀ ਗੱਲਾਂ ਵਿੱਚ ਹੁੰਦੀ ਹੈ, ਕਿਤਾਬਾਂ 'ਚ ਲਿਖਿਆ ਜਾਂਦਾ ਹੈ, ਮੈਂ ਸਹੀ ਮਾਨੇ ਵਿੱਚ ਉਹਨੂੰ ਕੁਛ ਨਾ ਕੁਛ ਉਹਦੇ ਉੱਪਰ, ਉਹਦੇ ਬੇਸਿਸ 'ਤੇ ਕੁਛ ਨਾ ਕੁਛ ਕਰਕੇ ਦਿਖਾਵਾਂਗੇ। ਠੀਕ ਹੈ, ਔਰ ਕਿ ਲੁਧਿਆਣੇ ਸ਼ਹਿਰ ਵਾਸਤੇ ਕੀ ਐਕਟੀਵਿਟੀ ਕਰਨਾ ਚਾਹੋਗੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਰੋਜ਼ ਆਉਂਦੇ ਜਾਂਦੇ ਹਾਂ, ਕੀ ਕਰਨਾ ਚਾਹੋਗੇ, ਕੀ ਪ੍ਰੋਬਲਮ ਫੇਸ ਕਰਨੀ?
ਟ੍ਰੈਫਿਕ ਦੇ ਬਾਰੇ ਤੇ ਸਰ ਮੈਂ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੁੰਦੀ ਹਾਂ। ਬਹੁਤ ਟ੍ਰੈਫਿਕ ਹੈ, ਬੱਚੇ ਸਾਡੇ ਰੋਜ਼ ਲੇਟ ਆਉਂਦੇ ਨੇ, ਟੀਚਰਸ ਰੋਜ਼ ਲੇਟ ਆ ਰਹੇ ਨੇ, ਅਤੇ ਫਲਾਈਓਵਰਸ ਜਿਹੜੇ ਬਣ ਰਹੇ ਨੇ ਉਹ ਆਲਦੋ ਗਵਰਨਮੈਂਟ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਪਰ ਥੋੜ੍ਹਾ ਜਿਹਾ ਹੌਲੀ ਰਫ਼ਤਾਰ ਵਿੱਚ ਹੋ ਰਿਹਾ ਹੈ। ਅਤੇ ਮੈਂ ਇੱਕ ਦਿਨ ਮੈਂ ਕਹਿ ਹੀ ਨਹੀਂ ਸਕਦੀ ਕਿ ਇੱਕ ਦਿਨ ਦਾ CM ਬਣ ਕੇ ਮੈਂ ਸਾਰਾ ਕੁਛ ਇੱਕਦਮ ਕਰ ਲਵਾਂਗੀ, ਪਰ ਸਰ ਗੱਲ ਇਹੀ ਹੈ ਨਾ ਕਿ ਤੁਸੀਂ ਮੈਨੂੰ ਇੱਕ ਦਿਨ ਦਾ CM ਬਣਾ ਕੇ ਦੇਖੋ, ਉਸ ਵੇਲੇ ਨਵੇਂ ਆਈਡੀਆਜ਼ ਆਪਣੇ ਆਪ ਹੀ ਮੇਰੇ ਮਨ ਵਿੱਚ ਆ ਜਾਣਗੇ। ਮਤਲਬ ਸਮਾਜ ਭਲਾਈ ਦੇ ਕੰਮ ਤੁਸੀਂ ਜਿਹੜੇ ਹੈਗੇ ਨੇ ਕਿੱਦਾਂ ਨੂੰ ਕਰਦੇ ਹੈਗੇ ਹੋ, ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਸਕੂਲ ਬਹੁਤ ਕਨੈਕਟ ਹੈਗਾ ਸੋਸ਼ਲੀ? ਸਰ ਅਸੀਂ ਜਿੱਦਾਂ ਕਾਫੀ ਐਕਟੀਵਿਟੀਜ਼ ਇੱਥੇ ਕਰਾਉਂਦੇ ਹਾਂ ਜਿਹਦੇ ਵਿੱਚ ਕਮਿਊਨਿਟੀ ਨੂੰ ਇਨਵੋਲਵ ਜ਼ਰੂਰ ਕਰਨੇ ਆ। ਫੋਰ ਐਗਜ਼ਾਮਪਲ ਜਿੱਦਾਂ ਗੁਰਪੁਰਬਸ, ਅਤੇ ਨਾਲ ਦੀ ਜਿੰਨੀ ਵੀ ਰਹਿਣ ਵਾਲੇ ਨੇਬਰਹੁੱਡ ਹੈ ਉਹਨਾਂ ਨੂੰ ਅਸੀਂ ਇਨਵਾਈਟ ਕਰਨੇ ਆ। ਪਲੱਸ ਸੁਸਾਇਟੀ ਦੇ ਵਿੱਚ ਅਸੀਂ ਚੰਗੇ ਬੁਲਾਰੇ ਉਹਨਾਂ ਨੂੰ ਬੁਲਾ ਕੇ ਬੱਚਿਆਂ ਦੇ ਅੱਗੇ ਉਹ ਸਪੀਚ ਦਿੰਦੇ ਨੇ ਗੁਰਦੁਆਰਿਆਂ ਵਿੱਚੋਂ, ਕਿਉਂਕਿ ਸਾਡਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ ਅਤੇ ਅਸੀਂ ਗੁਰੂ ਸਾਹਿਬ ਦੀ ਜੀਵਨੀ ਬਾਰੇ ਜਾਂ ਬਾਕੀ ਆਪਣੇ ਜਿਹੜੇ ਗੁਰੂ ਸਾਹਿਬ ਨੇ ਇਹਨਾਂ ਦੇ ਬਾਰੇ ਬੱਚਿਆਂ ਨੂੰ ਦੱਸਣਾ ਮੈਨੂੰ ਲੱਗਦਾ ਇੱਕ ਆਪਣਾ ਫਰਜ਼ ਬਣਦਾ, ਇੱਕ ਆਪਣੀ ਡਿਊਟੀ ਬਣਦੀ ਹੈ। ਬੱਚਿਆਂ ਨੂੰ ਮੋਰਲ ਵੈਲਿਊਜ਼ ਦੇ ਨਾਲ ਜੋੜਨਾ ਮੈਨੂੰ ਲੱਗਦਾ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਖਾਸ ਕਰ ਅੱਜ ਦੇ ਯੁੱਗ ਦੇ ਵਿੱਚ। ਅਤੇ ਅਸੀਂ ਇਹਨਾਂ ਵਾਸਤੇ ਬੜੇ ਸਾਰੇ ਉਪਰਾਲੇ ਕਰਨੇ ਆ, ਧਾਰਮਿਕ ਪ੍ਰੀਖਿਆਵਾਂ ਦੇਣੇ ਆ, ਉਹਦੇ ਕਰਕੇ ਵੀ ਸਰ ਕਮਿਊਨਿਟੀ ਦੇ ਨਾਲ ਜੁੜਨਾ ਸਾਨੂੰ ਲਾਜ਼ਮੀ ਹੋ ਜਾਂਦਾ ਹੈ। ਉਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਓਲਡ ਏਜ ਹੋਮ ਹੈ, ਔਫਨੇਜ ਹੈ, ਇੱਥੇ ਬੱਚਿਆਂ ਨੂੰ ਜ਼ਰੂਰ ਸਾਲ ਦੇ ਵਿੱਚ ਲੈ ਕੇ ਜਾਂਦੇ ਹਾਂ 2 ਵਾਰੀ 3 ਵਾਰੀ, ਔਰ ਬੱਚੇ ਜਦੋਂ ਇਹਨਾਂ ਨਾਲ ਗੱਲ ਕਰਦੇ ਨੇ ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਚੰਗੀਆਂ ਵੈਲਿਊਜ਼ ਬੱਚਿਆਂ 'ਚ ਆਪਣੇ ਆਪ ਹੀ ਇੰਸਟਿਲ ਹੋ ਜਾਂਦੀਆਂ ਨੇ, ਅਤੇ ਕਮਿਊਨਿਟੀ ਦੇ ਨਾਲ ਸਰ ਜੁੜ ਕੇ ਹੀ ਅਸੀਂ ਕੰਮ ਕਰਦੇ ਹਾਂ। ਮੈਮ ਆਪਣੇ ਸਫ਼ਰ ਬਾਰੇ ਥੋੜ੍ਹਾ ਦੱਸੋ ਕਿ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਕਿਸ ਤਰ੍ਹਾਂ ਆਏ, ਕਿੰਨੇ ਸਾਲ ਕਿਹੜੀ ਜਗ੍ਹਾ 'ਤੇ ਲਗਾਏ, ਜਿਵੇਂ ਤੁਸੀਂ ਪ੍ਰਿੰਸੀਪਲ ਹੈਗੇ ਹੋ ਇੱਥੇ ਤੱਕ ਕਿੱਦਾਂ ਪਹੁੰਚੇ, ਤੁਹਾਡਾ ਸਫ਼ਰ ਕਿੱਦਾਂ ਰਿਹਾ ਇੱਥੇ ਤੱਕ? ਸਰ ਮੈਂ ਸਟਾਰਟਿੰਗ ਆਪਣੇ ਕਰੀਅਰ ਦੀ ਕੀਤੀ ਗੁਰੂ ਨਾਨਕ ਪਬਲਿਕ ਸਕੂਲ। ਇੱਥੇ ਮੈਂ 5 ਸਾਲ ਕੰਮ ਕਰਨ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਅਤੇ ਮੈਂ ਨੰਗਲ ਸ਼ਿਫਟ ਹੋ ਗਈ। ਉੱਥੇ DAV ਸਕੂਲ 4 ਸਾਲ ਕੰਮ ਕੀਤਾ। ਉਸ ਤੋਂ ਬਾਅਦ ਵਾਪਸ ਲੁਧਿਆਣਾ ਆ ਕੇ ਮੈਂ ਸਟਾਰਟ ਕੀਤਾ ਜੀ ਆਪਣੀ ਜਿਹੜੀ ਜਰਨੀ ਐਕੈਡਮਿਕ ਜਰਨੀ ਹੈ ਉਹ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ, ਜਿੱਥੇ 15 ਸਾਲ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਰੂਪ ਵਿੱਚ ਮੈਂ ਕੰਮ ਕੀਤਾ, ਔਰ ਉਸ ਤੋਂ ਬਾਅਦ 5.5 ਸਾਲ ਹੋ ਗਏ ਜੀ ਮੈਂ ਇਸ ਸਕੂਲ ਵਿੱਚ ਆ ਗਈ ਐਜ਼ ਅ ਪ੍ਰਿੰਸੀਪਲ। ਸੋ ਜਰਨੀ ਅਜੇ ਚੱਲ ਰਹੀ ਹੈ। ਸੋ ਮੈਮ ਵੇਲਾ ਹੋ ਚੱਲਿਆ ਹੁਣ ਵਾਈਂਡ ਅਪ ਕਰਨ ਦਾ, ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਜਾਂਦੇ ਆਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਣਾ ਚਾਹੋਗੇ? ਇੱਕ ਗੀਤ ਦੀਆਂ 2 ਤੁਕਾਂ ਜ਼ਰੂਰ ਮੈਂ ਸੁਣਾਵਾਂਗੀ। ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ, ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ। ਥੈਂਕ ਯੂ ਸੋ ਮਚ। ਸੋ ਜਾਂਦੇ ਆਂਦੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਆਪ ਵੀ ਖੁਸ਼ ਰਹੋ ਅਤੇ ਖੁਸ਼ੀਆਂ ਹਰ ਪਾਸੇ ਤੁਸੀਂ ਫੈਲਾਓ। ਨਫ਼ਰਤਾਂ ਦਾ ਸਕੋਪ ਨਹੀਂ ਹੈ, ਜ਼ਿੰਦਗੀ ਬਹੁਤ ਛੋਟੀ ਹੈ। ਧੰਨਵਾਦ। ਥੈਂਕ ਯੂ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਪਲੇਜ਼ਰ ਇਜ਼ ਆਲ ਮਾਈਨ ਸਰ। ਸੋ ਦੋਸਤੋ ਇਹ ਸੀਗੇ ਪ੍ਰਿੰਸੀਪਲ ਮੈਮ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਡਾਕਟਰ ਨਵਨੀਤ ਕੌਰ, ਜਿਨ੍ਹਾਂ ਨੇ ਆਪਣੇ ਦਿਲਾਂ ਦੀ ਗੱਲਾਂ ਕੀਤੀਆਂ ਤੁਹਾਡੇ ਨਾਲ ਸਾਂਝੀਆਂ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਇਸ ਤਰ੍ਹਾਂ ਹੀ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਸੋ ਆਗੇ बढ़ेगा ਇੰਡੀਆ। ਸੋ ਕੈਮਰਾ ਪਰਸਨ ਰਾਹੁਲ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ।